ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਪ੍ਰੋਗਰਾਮ ਕੌਮੀ ਮੁੱਦੇ ਲੈ ਕੇ ਮੈਂ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ 2015 ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ, ਉਸ ਤੋਂ ਬਾਅਦ ਦੇ ਵਿੱਚ ਅਕਾਲੀ ਸਰਕਾਰ ਉਸ ਵੇਲੇ ਸੀਗੀ, ਉਹਨਾਂ ਨੇ CBI ਨੂੰ ਇਸ ਦੀ ਜਾਂਚ ਜਿਹੜੀ ਆ ਉਹ ਸੌਂਪ ਦਿੱਤੀ। ਸੋ ਹੁਣ ਮਸਲਾ ਇਹ ਬਣਿਆ ਕਿ CBI ਨੇ ਜਾਂਚ ਜਿਹੜੀ ਆ ਉਹ ਕੀਤੀ ਆਪਣੇ ਤੌਰ ਦੇ ਉੱਤੇ। ਜੋ ਵੀ ਕੁਛ ਉਹਦੇ ਵਿੱਚ ਹੋਇਆ ਕਲੋਜ਼ਰ ਰਿਪੋਰਟ ਇੱਕ ਜਿਹੜੀ ਆ ਉਹ ਅਦਾਲਤ ਨੂੰ ਸੌਂਪ ਦਿੱਤੀ ਗਈ ਤੇ ਜਿਹੜੇ ਕੁਝ ਬੰਦੇ ਡੇਰਾ ਸਿਰਸਾ ਨਾਲ ਸੰਬੰਧਿਤ ਫੜੇ ਸੀਗੇ ਉਹਨਾਂ ਨੂੰ ਵੀ ਛੱਡ ਦਿੱਤਾ ਗਿਆ ਤੇ ਕਲੋਜ਼ਰ ਰਿਪੋਰਟ ਸੌਂਪ ਕੇ ਕਿਹਾ ਗਿਆ ਕਿ ਇਸ ਕੇਸ ਨੂੰ ਬੰਦ ਕੀਤਾ ਜਾਵੇ। ਸੋ ਵਧੇਰੀ ਜਾਣਕਾਰੀ ਵਾਸਤੇ ਅੱਜ ਦੇ ਸਾਡੇ ਪ੍ਰੋਗਰਾਮ ਕੌਮੀ ਮੁੱਦੇ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਸਾਰੀ ਜਾਣਕਾਰੀ। ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ ਕਿ ਇਹ ਕਲੋਜ਼ਰ ਰਿਪੋਰਟ ਜਿਹੜੀ ਆ ਉਹ ਹੈ ਕੀ ਆ, ਪੂਰਾ ਮਾਮਲਾ ਜਿਹੜਾ ਆ ਉਹ ਇਹ ਕੀ ਆ? ਦਰਅਸਲ 'ਚ ਜੋ ਪਿਛਲੀ ਸਰਕਾਰ ਅਕਾਲੀਆਂ ਜੀ ਤੇ ਭਾਜਪਾ ਦੀ ਸੀਗੀ ਜੀ, ਉਸ ਸਰਕਾਰ ਦੇ ਦੌਰਾਨ 1 ਜੂਨ 2015 ਨੂੰ ਜੀ ਗੁਰਦੁਆਰਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕੀਤੇ ਗਏ ਜੀ। ਹੋਰ ਉਹ ਚੋਰੀ ਕਰਨ ਦੇ ਬਾਅਦ ਜੀ ਉੱਥੇ ਇੱਕ ਪੋਸਟਰਸ ਲਗਾਤੇ ਗਏ ਕਿ ਸਿੱਖੋ ਅਸੀਂ ਤੁਹਾਡਾ ਗੁਰੂ ਚੋਰੀ ਕਰ ਲਿਆ ਜੀ, ਜੇ ਤੁਹਾਡੇ 'ਚ ਜੁਰਤ ਹੈਗੀ ਹੈ ਤੇ ਆਪਣਾ ਗੁਰੂ ਜਿਹੜਾ ਹੈ ਲੱਭ ਲਓ ਜੀ। ਹੋਰ ਉਹਦੇ ਬਾਅਦ ਪੰਥਕ ਹਲਕਿਆਂ ਦੇ ਵਿੱਚ ਬਹੁਤ ਵੱਡੀ ਇੱਕ ਬੇਚੈਨੀ ਤੇ ਚਿੰਤਾ ਪੈਦਾ ਹੋ ਗਈ ਜੀ। ਇੱਕ ਬੰਨੇ ਪੰਥਕ ਸਰਕਾਰ ਹੈ ਜੀ, ਗ੍ਰੰਥ ਤੇ ਪੰਥ ਦੇ ਨਾਂ ਦੇ ਉੱਤੇ ਵੋਟਾਂ ਲੈ ਕੇ ਬਣੀ ਹੋਈ ਬਾਦਲਾਂ ਦੀ ਸਰਕਾਰ ਹੈ ਜੀ। ਉਹਦੇ ਬਾਅਦ ਉਹ ਚੋਰੀ ਕਰਨ ਵਾਲੇ ਵਿਅਕਤੀ ਜਿਹੜੇ ਨੇ ਜੀ, ਉਹ ਸਤੰਬਰ ਦੇ ਮਹੀਨੇ ਦੇ ਵਿੱਚ 25 ਤਾਰੀਖ ਨੂੰ ਜੀ ਉੱਥੇ ਮਿੱਥ ਕੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਬਰਗਾੜੀ ਵਿਖੇ ਪੋਸਟਰ ਲਾ ਕੇ ਕਹਿੰਦੇ ਨੇ ਕਿ ਅਸੀਂ ਤੁਹਾਡੇ ਗੁਰੂ ਦੀ ਹੁਣ ਬੇਅਦਬੀ ਕਰਨੀ ਜੀ, ਮਿੱਥ ਕੇ ਜੀ, ਚੈਲੰਜ ਕਰਕੇ, ਚੁਣੌਤੀ ਦੇ ਕੇ। ਬਿਲਕੁਲ। ਔਰ ਉਹਦੇ ਬਾਅਦ ਸਪਟੰਬਰ ਦੇ ਬਾਅਦ ਜਦ ਅਕਤੂਬਰ ਚੜ੍ਹਦਾ ਹੈ ਜੀ, 12 ਅਕਤੂਬਰ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅੰਗ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਵੱਖ-ਵੱਖ ਥਾਵਾਂ 'ਚ ਗਲੀਆਂ ਦੇ ਵਿੱਚ, ਨਾਲੀਆਂ ਦੇ ਵਿੱਚ, ਤੂੜੀਆਂ ਦੇ ਵਿੱਚ, ਗੋਬਰ ਦੇ ਵਿੱਚ ਸੁੱਟ ਦਿੱਤੇ ਜਾਂਦੇ ਨੇ। ਜੀ ਜੀ। ਭਾਵ ਕਹਿਣ ਦਾ ਕਿ 1 ਜੂਨ ਤੋਂ ਲੈ ਕਰਕੇ ਜੀ 12 ਅਕਤੂਬਰ ਤੱਕ 4 ਮਹੀਨੇ 12 ਦਿਨ ਪੰਥਕ ਸਰਕਾਰ, ਸੁਖਬੀਰ ਬਾਦਲ ਉਹਦਾ ਉਸ ਵੇਲੇ ਹੋਮ ਮਿਨਿਸਟਰ ਸੀਗਾ, ਜੀ ਜੀ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗਾ, ਜੀ, ਇਹਨਾਂ ਕੋਲੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੱਭੇ ਨਹੀਂ ਗਏ। ਜੀ ਬਿਲਕੁਲ। 4 ਮਹੀਨੇ 12 ਦਿਨ ਦੇ ਬਾਅਦ ਜਿਹੜੇ ਨੇ ਉਹ ਡੇਰਾ ਪ੍ਰੇਮੀ ਦੋਸ਼ੀ ਜਿਹੜੇ ਨੇ ਉਹ ਹਰਕਤ ਵਿੱਚ ਆ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਅੰਗ ਖਿਲਾਰ ਕੇ ਜੀ ਮਿੱਥ ਕੇ ਚੈਲੰਜ ਕਰਕੇ ਇਹ ਕੰਮ ਕਰ ਰਹੇ ਨੇ। ਜਿਸ ਲਈ ਸਾਰੇ ਪੰਜਾਬ ਵਿੱਚ ਹਾਹਾਕਾਰ ਮਚ ਗਈ ਜੀ। ਤੇ ਇਹਨਾਂ ਬਾਦਲਾਂ ਨੇ ਕੀ ਕੀਤਾ, ਨਵੰਬਰ 2015 ਦੇ ਵਿੱਚ ਇੱਕ CBI ਨੂੰ ਇਹ ਇਨਵੈਸਟੀਗੇਸ਼ਨ ਸੌਂਪ ਦਿੱਤੀ ਜੀ। ਉਹਦੇ ਵਿੱਚ ਕੀ ਸੀਗਾ ਕਿ 3 ਕੰਪਲੇਨੈਂਟ ਸੀਗੇ ਜੀ, ਮੁੱਖ ਰੂਪ ਦੇ ਵਿੱਚ। ਜੀ, ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਦੇ ਗ੍ਰੰਥੀ ਦਾ ਨਾਂ ਹੈਗਾ ਗੋਰਾ ਸਿੰਘ ਜੀ, ਉੱਥੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਨਾਂ ਹੈ ਰਣਜੀਤ ਸਿੰਘ ਜੀ, ਅਤੇ ਬਰਗਾੜੀ ਦੇ ਗੁਰਦੁਆਰੇ ਦੇ ਜਿਹੜਾ ਗ੍ਰੰਥੀ ਸਿੰਘ ਹੈ ਉਹਦਾ ਨਾਂ ਹੈ ਕੁਲਵਿੰਦਰ ਸਿੰਘ ਜੀ। ਇਹ 3 ਬਣ ਗਏ ਮੇਨ ਸ਼ਿਕਾਇਤਕਰਤਾ, ਕੰਪਲੇਨੈਂਟ, ਜੀ ਜੀ, ਜਿਨ੍ਹਾਂ ਦੇ ਆਧਾਰ ਦੇ ਉੱਤੇ ਜਿਹੜਾ ਸੀਗਾ ਇਨਵੈਸਟੀਗੇਸ਼ਨਸ CBI ਨੇ ਕੀਤੀਆਂ ਜੀ। ਹੋਰ ਜਿਹੜੇ ਮੁੱਖ ਦੋਸ਼ੀ ਜਿਹੜੇ ਸੀਗੇ ਜੀ, ਜਿਹੜੇ ਕਿ ਸਿੱਟ ਨੇ ਵੀ ਬਾਅਦ ਦੇ ਵਿੱਚ ਇਹ ਬਿਆਨ ਲੈ ਕਰਕੇ ਜਿਹੜੀ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਹੈਗੀ ਹੈ ਉਸ ਨੇ ਵੀ ਇਹ ਸਥਾਪਿਤ ਕੀਤਾ ਕਿ ਵੀ ਡੇਰਾ ਪ੍ਰੇਮੀਆਂ ਦੀ ਇਨਵੋਲਵਮੈਂਟ ਹੈ ਜੀ। ਹੋਰ ਉਹਦੇ ਵਿੱਚ 3 ਮੁੱਖ ਰੂਪੀ ਦੋਸ਼ੀ ਸੀਗੇ।
ਮੁੱਖ ਰੂਪ 'ਚ ਉਹਨਾਂ ਦੇ ਸਾਥੀ ਹੋਰ ਸੀਗੇ, ਜੀ। 45 ਬੰਦਿਆਂ ਦੀ ਟੋਟਲ ਟੀਮ ਸੀਗੀ, ਜੀ ਲੇਕਿਨ ਉਹਦੇ ਵਿੱਚ ਮਹਿੰਦਰਪਾਲ ਜਿਹੜਾ ਬਿੱਟੂ ਸੀਗਾ, ਬਿੱਟੂ ਜੀ ਠੀਕ ਹੈ, ਜਿਹਦਾ ਕਿ ਸਹੁਦਾ ਲਾਤਾ ਗਿਆ, ਜੀ 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 ਤੇ ਇਹਦੇ ਇਲਾਵਾ ਸੁਖਜਿੰਦਰ ਸਿੰਘ ਸੰਨੀ ਜੀ ਤੇ ਇੱਕ ਸ਼ਕਤੀ ਸਿੰਘ, ਇਹ ਵਿਅਕਤੀ ਜਿਹੜੇ ਸੀਗੇ ਇਹ ਐਕਿਊਜ਼ ਸੀਗੇ। ਜੀ ਤੇ ਉਸ ਵੇਲੇ ਦੀ ਸੀਬੀਆਈ ਨੇ 2015 ਤੋਂ ਇਨਵੈਸਟੀਗੇਸ਼ਨ ਚਲਦੀ 4 ਜੁਲਾਈ 2019 ਨੂੰ ਜੀ ਕੈਪਟਨ ਦੀ ਸਰਕਾਰ ਚੱਲ ਰਹੀ ਇਸ ਵੇਲੇ, ਜੀ ਇਹਨਾਂ ਨੇ ਕਲੋਜ਼ਰ ਰਿਪੋਰਟ ਸਬਮਿਟ ਕਰਤੀ ਹੈ। ਜੀ ਕਲੋਜ਼ਰ ਰਿਪੋਰਟ ਦੇ ਵਿੱਚ ਕੀ ਹੈ ਕਿ ਇਹ ਮਸਲਾ ਕਲੋਜ਼ ਹੋ ਗਿਆ, ਖਤਮ ਹੋ ਗਿਆ, ਜੀ ਕਿ ਭਾਵ ਕਹਿਣ ਦਾ ਕਿ ਜਿਹੜੇ ਸ਼ਿਕਾਇਤਕਰਤਾ ਨੇ ਜੋ ਸ਼ਿਕਾਇਤ ਲਗਾਈ ਸੀਗੀ, ਉਹ ਜਿਹੜੇ ਐਕਿਊਜ਼ ਸੀਗੇ ਉਹ ਐਕਿਊਜ਼ ਸਾਬਿਤ ਨਹੀਂ ਹੋਏ। ਜੀ ਉਹਨਾਂ ਦਾ ਲਾਈ ਡਿਟੈਕਟਰ ਵੀ ਹੋ ਗਿਆ, ਉਹਨਾਂ ਦਾ ਹਰ ਪ੍ਰਕਾਰ ਦਾ ਉਹਨਾਂ ਦੀ ਇਨਵੈਸਟੀਗੇਸ਼ਨ ਕਰ ਲਈ ਗਈ ਤੇ ਉਹ ਦੋਸ਼ੀ ਸਾਬਿਤ ਨਹੀਂ ਹੋਏ। ਜੀ ਇਸ ਕਰਕੇ ਉਹਨਾਂ ਨੇ ਹੁਣ ਕਲੋਜ਼ਰ ਰਿਪੋਰਟ ਜਮ੍ਹਾਂ ਕਰਾਤੀ ਹੈ। ਹੋਰ ਇਹ ਕਲੋਜ਼ਰ ਰਿਪੋਰਟ ਦਾ ਮਤਲਬ ਹੈ ਕਿ ਅੱਗੇ ਹੁਣ ਸੀਬੀਆਈ ਇਸ ਮੁਕੱਦਮੇ ਨੂੰ ਨਹੀਂ ਚੱਲਣਾ ਚਾਹੁੰਦੀ ਤੇ ਸਾਨੂੰ ਇਨਸਾਫ ਨਹੀਂ ਦਿੱਤਾ ਗਿਆ। ਜੀ ਪਰ ਸਭ ਇਸ ਤਰ੍ਹਾਂ ਹੋ ਕਿਉਂ ਰਿਹਾ ਆ? ਇਹਦੇ ਵਿੱਚ ਵੀ ਕੁਝ ਨਜ਼ਰ ਆਉਂਦਾ ਹੈ, ਸਿਆਸੀ ਖੇਡ ਕਿਤੇ ਨਾ ਕਿਤੇ ਇਹਦੇ ਵਿੱਚ ਜਿਹੜੀ ਆ ਉਹ ਨਜ਼ਰ ਆਉਂਦੀ ਆ ਕਿ ਜਿਵੇਂ ਡੇਰਾ ਸਿਰਸਾ ਦੇ ਮੁਖੀ ਨੂੰ ਅੱਗੇ ਹਰਿਆਣਾ ਦੀ ਇਲੈਕਸ਼ਨ ਨੂੰ ਵੇਖਦਿਆਂ ਵੀ ਇਸ ਚੀਜ਼ ਦੇ ਨਾਲ ਉਹ ਵੀ ਕੜੀ ਜੁੜਦੀ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ। ਮੈਂ ਮਹਿਸੂਸ ਕਰਦਾ ਕਿ ਪੰਜਾਬ ਦੇ ਵਿੱਚ ਜੀ ਵਿਸ਼ੇਸ਼ ਤੌਰ ਤੇ ਆਪਾਂ ਪੰਜਾਬ ਦੀ ਗੱਲ ਕਰੀਏ, ਜੀ ਜਿੰਨਾ ਵੱਡਾ ਡੇਰਾ, ਜਿੰਨੀਆਂ ਜ਼ਿਆਦਾ ਵੋਟਾਂ, ਜੀ ਉਨਾ ਹੀ ਸਰਕਾਰ ਤੇ ਸਿਆਸਤਦਾਨ ਉਹਦੀ ਪਰਿਕਰਮਾ ਕਰਦੇ ਨੇ। ਜੀ ਦਰੁਸਤ। ਚਾਹੇ ਉਹ ਰਾਧਾ ਸਵਾਮੀਆਂ ਦਾ ਡੇਰਾ ਹੈ, ਚਾਹੇ ਉਹ ਨਿਰੰਕਾਰੀਆਂ ਦਾ ਡੇਰਾ ਹੈ, ਜੀ ਚਾਹੇ ਰਾਮ ਰਹੀਮ ਦਾ ਡੇਰਾ ਹੈ। ਜਿੰਨਾ ਵੱਡਾ ਡੇਰਾ, ਸਿਆਸਤਦਾਨ ਉਨੀ ਜ਼ਿਆਦਾ ਪਰਿਕਰਮਾ ਕਰਦੇ ਨੇ ਉਹਦੀ, ਜੀ ਵੋਟਾਂ ਲੈਣੀਆਂ ਨੇ। ਹੋਰ ਇਹ ਸਿਆਸਤਦਾਨਾਂ ਦਾ ਧਰਮ ਕੋਈ ਨਹੀਂ ਹੁੰਦਾ, ਬਿਲਕੁਲ ਇਹਨਾਂ ਸਿਰਫ ਵੋਟ ਲੈਣੀ, ਇਸ ਤੋਂ ਗਾਂ ਕੁਝ ਕੋਈ ਮਤਲਬ ਨਹੀਂ ਹੈਗਾ। ਬਿਲਕੁਲ। ਤੇ ਇਹਨਾਂ ਦਾ ਵਸ ਚੱਲਦਾ ਤੇ ਇਹ ਧਰਮ ਨੂੰ ਜਿਹੜਾ ਹੈ ਨਾ ਉਹ ਗਿਰਵੀ ਰੱਖ ਕੇ ਆਪਣੀ ਵੋਟਾਂ ਇਕੱਠੀਆਂ ਕਰ ਲੈਂਦੇ ਨੇ। ਮੈਂ ਮਹਿਸੂਸ ਕਰਦਾ ਕਲੋਜ਼ਰ ਰਿਪੋਰਟ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਕੁਝ ਮਹੀਨਿਆਂ ਬਾਅਦ ਹਰਿਆਣੇ ਦੇ ਵਿੱਚ ਇਲੈਕਸ਼ਨਸ ਨੇ ਅਕਤੂਬਰ 'ਚ। ਹਾਂ ਜੀ ਉਹ ਇਲੈਕਸ਼ਨ ਜਿਹੜੀਆਂ ਨੇ ਹਰਿਆਣੇ ਦੇ ਵਿੱਚ ਡੇਰਾ ਪ੍ਰੇਮੀਆਂ ਦੀ ਵੋਟਾਂ ਬਹੁਤ ਵੱਡੀ ਗਿਣਤੀ 'ਚ ਨੇ। ਜੀ ਤੇ ਕੇਂਦਰ ਵਿੱਚ ਬੈਠੀ ਹੋਈ ਭਾਜਪਾ ਸਰਕਾਰ ਚਾਹੁੰਦੀ ਹੈ ਕਿ ਹਰਿਆਣੇ ਵਿੱਚ ਸਾਡੀ ਸਰਕਾਰ ਫੇਰ ਬਣੇ ਤੇ ਉਹਨਾਂ ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨ ਵਾਸਤੇ ਕਿ ਤੁਹਾਨੂੰ ਅਸੀਂ ਦੋਸ਼ ਮੁਕਤ ਕਰਤਾ ਹੈ ਜੀ ਤੇ ਨਾਲ ਦੇ ਨਾਲ ਜਿਹੜੇ ਇਹਨਾਂ ਦੀ ਰਬੜ ਸਟੈਂਪ ਬਾਦਲ ਜੀ ਹੈਗਾ ਦਲ, ਉਸ ਨੂੰ ਦੋਸ਼ ਮੁਕਤ ਕਰਕੇ ਉਹਨੂੰ ਰੀਬਿਲਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀ ਜੀ ਕਿ ਬਾਦਲਾਂ ਦੇ ਉੱਤੇ ਵੀ ਇਹ ਧੱਬਾ ਜਿਹੜਾ ਹੈ, ਇਹ ਕਲੰਕ ਜਿਹੜਾ ਹੈ, ਇਹ ਹਟਾਤਾ ਜਾਏ ਤੇ ਜੇ ਨਾਲ ਇਹਨਾਂ ਨੂੰ ਵੀ ਰੀਬਿਲਡ ਕੀਤਾ ਜਾਏ ਇਹਦੇ ਵਿੱਚ ਤੇ ਨਾਲ ਦੇ ਨਾਲ ਵੋਟਾਂ ਪੱਕੀਆਂ ਕੀਤੀਆਂ। ਇਹਦੇ ਵਿੱਚ ਦੋ ਗੱਲਾਂ ਸਾਹਮਣੇ ਆਉਂਦੀਆਂ, ਜੇਕਰ ਡੇਰਾ ਪ੍ਰੇਮੀ ਦੋਸ਼ੀ ਬਣਦੇ ਆ ਤੇ ਨਾਲ ਬਾਦਲਾਂ ਦਾ ਨਾਮ ਵੀ ਆਏਗਾ, ਬਾਦਲਾਂ ਨਾਲ ਵੀ ਆਏਗਾ। ਜੇ ਇੱਕ ਨੂੰ ਬਚਾਉਣਾ ਆ ਤੇ ਇੱਕ ਦਾ ਨਾਮ ਜਿਹੜਾ ਉਹ ਆਏਗਾ, ਇਸ ਕਰਕੇ ਦੋਵਾਂ ਨੂੰ ਬਚਾਇਆ ਜਾ ਰਿਹਾ। ਇਹ ਇੰਟਰਕਨੈਕਟਡ ਹੈ। ਜੀ 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 ਇਹ ਇੰਟਰਕਨੈਕਟਡ ਹੈ, ਬਿਲਕੁਲ ਹੈ। ਕਿਉਂਕਿ ਤੁਹਾਨੂੰ ਪਤਾ ਹੋਵੇਗਾ ਜਿਸਲੇ ਪੰਜਾਬ ਦੇ ਵਿੱਚ 2017 ਦੇ ਵਿੱਚ ਵੋਟਾਂ ਪਈਆਂ ਸੀਗੀਆਂ ਤੇ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਡੇਰਾ ਮੁਖੀ ਨੇ ਐਲਾਨ ਕਰਤਾ ਸੀਗਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਸਹਿਯੋਗ ਦੇਵਾਂਗੇ। ਜੀ ਇਹ ਤੁਹਾਨੂੰ ਸ਼ਾਇਦ ਯਾਦ ਹੋਏਗਾ। ਸੋ ਅਕਾਲੀ ਦਲ ਬੇਸਿਕਲੀ ਇਹਨਾਂ ਦੇ ਉੱਤੇ ਨਿਰਭਰ ਹੈ ਤੇ ਇਸੇ ਕਰਕੇ ਹੀ ਇਹ ਜਿਹੜਾ ਹੁਕਮਨਾਮਾ ਵੀ ਜਾਰੀ ਹੋਇਆ ਸੀਗਾ ਕਿ ਉਹਨੂੰ ਮਾਫੀ ਦਵਾਦਾ, ਉਹ ਇਸੇ ਕਰਕੇ ਹੋਇਆ ਸੀਗਾ। ਜੀ ਜੀ ਪ੍ਰਸਾਦ ਸਾਹਿਬ, ਜੇਕਰ ਜਿਹੜੀ ਕਲੋਜ਼ਰ ਰਿਪੋਰਟ ਆ ਇਸ ਦਾ ਲੀਗਲ ਸਟੇਟਸ ਜਿਹੜਾ ਆ ਉਹ ਦੇਖੀਏ ਤਾਂ ਉਹ ਕੀ ਆ? ਮੈਂ ਮਹਿਸੂਸ ਕਰਦਾ ਕਿ ਜਿਹੜਾ ਲੀਗਲ ਸਟੇਟਸ ਹੈ ਨਾ, ਜੀ ਇਹ 4 ਜੁਲਾਈ ਨੂੰ ਇਹ ਕਲੋਜ਼ਰ ਰਿਪੋਰਟ ਮੋਹਾਲੀ ਦੀ ਸੀਬੀਆਈ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਸੀਗੀ ਜੀ ਤੇ ਉਹਦੇ ਬਾਅਦ ਕੱਲ 23 ਤਰੀਕ ਸੀਗੀ, ਜੀ 23 ਜੁਲਾਈ, ਜੀ ਉੱਥੇ ਤਾਰੀਖ ਦੇ ਉੱਤੇ ਬਕਾਇਦਾ ਜਿਹੜੇ ਕੰਪਲੇਨੈਂਟ ਸੀਗੇ ਜੀ ਉਹਨਾਂ ਨੇ ਕਲੋਜ਼ਰ ਰਿਪੋਰਟ ਦੀ ਕਾਪੀ ਮੰਗੀ ਜੀ ਤੇ ਨਾਲ ਹੀ ਜਿਹੜੇ ਐਕਿਊਜ਼ ਸੀਗੇ ਜੀ ਸੰਨੀ, ਸੁਖਜਿੰਦਰ ਸਿੰਘ ਸੰਨੀ ਤੇ ਨਾਲ ਸ਼ਕਤੀ ਸਿੰਘ, ਜੀ ਇਹਨਾਂ ਨੇ ਵੀ ਕਲੋਜ਼ਰ ਰਿਪੋਰਟ ਦੀ ਕਾਪੀ ਮੰਗੀ। ਜੀ ਪੰਜਾਬ ਸਰਕਾਰ ਨੇ ਵੀ ਕਾਪੀ ਮੰਗੀ, ਜੀ ਲੇਕਿਨ ਅਦਾਲਤ ਨੇ ਜੀ ਪੰਜਾਬ ਸਰਕਾਰ ਨੂੰ ਤਾਂ ਕਾਪੀ ਦੇਣ ਤੋਂ ਇਨਕਾਰ ਕਰਤਾ। ਉਹਦੇ ਪਿੱਛੇ ਕਾਰਨ ਕੀ ਸੀ? ਉਹਦੇ ਪਿੱਛੇ ਕਾਰਨ ਇਹ ਸੀਗਾ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਪਾਰਟੀ ਨਹੀਂ ਹੈਗੇ। ਉਹਨਾਂ ਨੇ ਪੁੱਛਿਆ ਤੁਸੀਂ ਕਿਹਦੇ ਵੱਲੋਂ ਜੀ? ਤੁਸੀਂ ਉਹਨਾਂ ਪੁੱਛਿਆ ਕਿਹਦੇ ਵੱਲੋਂ ਹੈਗੇ ਤੁਸੀਂ? ਜੀ 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 ਤੁਸੀਂ ਤਾਂ ਪਾਰਟੀ ਨਹੀਂ ਹੈਗੇ ਇਸ ਕੰਮ ਦੇ ਵਿੱਚ, ਠੀਕ ਬਿਲਕੁਲ ਹੈ। ਹੈ। ਤੇ ਜਿਹੜਾ ਇਹ ਬਾਕੀ ਦੇ ਇਹ 3 ਕੰਪਲੇਨੈਂਟ ਸੀਗੇ
ਤੇ ਜਿਹੜੇ 2 ਅਕਿਊਜ਼ ਨੇ ਉਹਨਾਂ ਨੂੰ ਅਦਾਲਤ ਨੇ ਕਹਿਤਾ ਕਿ ਤੁਹਾਨੂੰ ਕਾਪੀ ਲੈਣ ਦਾ ਅਧਿਕਾਰ ਹੈ, ਤੁਸੀਂ ਅਪਲਾਈ ਕਰੋ ਤੇ ਤੁਹਾਨੂੰ ਕਾਪੀ ਮਿਲ ਜਾਏਗੀ। ਹੁਣ ਜਿਹੜਾ ਲੀਗਲ ਸਟੇਟਸ ਹੈ, ਇਸ ਵੇਲੇ ਜੋ ਸਟੇਟਸ ਹੈ ਉਹਦੇ ਮੁਤਾਬਕ ਹੁਣ ਅਗਲੀ ਤਾਰੀਖ 23 ਅਗਸਤ ਪਈ ਹੈ ਤੇ ਨਾਲ ਹੀ ਮਾਨਯੋਗ ਅਦਾਲਤ ਨੇ ਕਿਹਾ ਕਿ ਜਿਸ ਨੂੰ ਕਲੋਜ਼ਰ ਰਿਪੋਰਟ ਦੇ ਬਾਰੇ ਕੋਈ ਇਤਰਾਜ਼ ਹੈ ਉਹ ਆਪਣਾ ਇਤਰਾਜ਼ 23 ਤਰੀਕ ਤੱਕ ਸਬਮਿਟ ਕਰ ਸਕਦਾ, 23 ਅਗਸਤ ਤੱਕ ਸਬਮਿਟ ਕਰ ਸਕਦਾ ਜੀ ਇਹਦੇ ਬਾਰੇ ਹੈ ਜੀ। ਬਿਲਕੁਲ ਭਰਾ ਸਾਹਿਬ, ਪਿਛਲੇ ਦਿਨੀ ਸੁਖਬੀਰ ਬਾਦਲ ਹੋਰਾਂ ਦਾ ਇੱਕ ਬਿਆਨ ਆਇਆ ਸੀਗਾ ਕਿ ਜਿਹੜੀ ਇਹ ਕਲੋਜ਼ਰ ਰਿਪੋਰਟ ਹੈ ਇਸ ਨੂੰ ਅਸੀਂ ਕੋਰਟ ਦੇ ਵਿੱਚ ਚੈਲੰਜ ਕਰਾਂਗੇ। ਸੋ ਇਸ ਚੀਜ਼ ਨੂੰ ਪੰਥਕ ਜਥੇਬੰਦੀਆਂ ਜਿਹੜੀਆਂ ਆ ਉਹ ਕਿਸ ਨਜ਼ਰੀਏ ਤੋਂ ਦੇਖਦੀਆਂ ਨੇ? ਮੈਂ ਮਹਿਸੂਸ ਕਰਦਾ ਜੀ ਕਿ ਇਹ ਚੀਜ਼ ਰਾਈਟਿੰਗ ਔਨ ਦਾ ਵਾਲ ਹੈ, ਕੰਧ ਤੇ ਲਿਖਿਆ ਦਿਖਾਇਆ ਜਾ ਰਿਹਾ ਕਿ ਅਸੀਂ ਹਤੈਸ਼ੀ ਹਾਂ, ਕਿ ਇਹ ਸਾਬਿਤ ਹੋ ਚੁੱਕਿਆ ਹੈ ਜੀ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਦੀ ਰਿਪੋਰਟ ਦੇ ਮੁਤਾਬਕ ਹੀ ਜੀ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਵੀ ਜੀ ਇਹ ਚੀਜ਼ਾਂ ਜਿਹੜੀਆਂ ਨੇ ਸਾਬਿਤ ਹੋ ਚੁੱਕੀਆਂ ਨੇ। ਜੀ ਔਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਉਹ ਪੰਜਾਬ ਅਸੈਂਬਲੀ ਦੇ ਵਿੱਚ ਪ੍ਰਵਾਨ ਹੋ ਚੁੱਕੀ ਹੈ ਜੀ। ਔਰ ਇਹ ਦੋਨਾਂ ਨੇ ਇਹ ਚੀਜ਼ ਸਾਬਿਤ ਕਰਤੀ ਹੈ ਕਿ ਬਾਦਲ ਪਰਿਵਾਰ ਅਤੇ ਡੇਰਾ ਪ੍ਰੇਮੀ ਗੁਰਮੀਤ ਰਾਮ ਰਹੀਮ ਇਹ ਸਾਰੀ ਬੇਅਦਬੀ ਦੇ ਪਿੱਛੇ ਸਾਜ਼ਿਸ਼ਕਰਤਾ ਨੇ, ਇਹਨਾਂ ਦੀ ਇਨਵੋਲਵਮੈਂਟ ਹੈ ਜੀ, ਡਾਇਰੈਕਟ ਇਨਵੋਲਵਮੈਂਟ ਹੈ ਜੀ। तो मैं महसूस करदा कि ਜਿਹੜਾ ਕਿ ਬਾਦਲ ਨੇ ਇਹ ਕਿਹਾ, ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਇਸ ਨੂੰ ਕੋਰਟ ਵਿੱਚ ਚੈਲੰਜ ਕਰਾਂਗੇ ਜੀ, ਇਹ ਸਿਰਫ ਤੇ ਸਿਰਫ ਇੱਕ ਕ੍ਰੋਕੋਡਾਈਲ ਟੀਅਰਸ ਨੇ, ਮਗਰਮੱਛ ਦੇ ਅੱਛੂ ਬਹਾਣ ਵਾਲੀ ਗੱਲ ਹੈਗੀ ਹੈ। ਜਦ ਕਿ ਇਹ ਸਾਬਤ ਹੋ ਚੁੱਕਿਆ ਹੈ ਕਿ ਆਲਰੇਡੀ ਇਹ ਪੰਥ ਦੀ ਕਚਹਿਰੀ ਦੇ ਵਿੱਚ ਇਹ ਦੋਸ਼ੀ ਨੇ ਤੇ ਇਹਨਾਂ ਦੇ ਇਸ ਚੈਲੰਜ ਕਰਨ ਦੇ ਨਾਲ ਹੁਣ ਜਿਹੜਾ ਹੈ ਸਿੱਖ ਜਗਤ ਨੂੰ ਭਰਮਾਇਆ ਨਹੀਂ ਜਾ ਸਕਦਾ, ਉਹਨਾਂ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ। ਪੰਥਕ ਜਥੇਬੰਦੀਆਂ ਨੂੰ ਇਹ ਪਤਾ ਇਸ ਗੱਲ ਦਾ ਕਿ ਇਹ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਖ ਦੋਸ਼ੀ ਨੇ ਜੀ। ਪਰ ਸਾਹਿਬ ਤੁਸੀਂ ਵੀ ਉੱਥੇ ਗਏ ਸੀਗੇ ਜਿਸ ਦਿਨ ਉੱਥੇ ਪਾਣੀ ਦੀਆਂ ਬੁਛਾਰਾਂ ਮਾਰੀਆਂ ਗਈਆਂ? ਹਾਂਜੀ, ਤੁਸੀਂ ਨਾਲ 22 ਜੁਲਾਈ ਦੀ ਗੱਲ ਜੀ 22 ਜੁਲਾਈ ਦੀ ਗੱਲ ਹੈ। ਤੁਸੀਂ ਜਿਹੜੀ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਕਮੇਟੀ ਬਣਾਈ ਗਈ ਉਸ ਦੇ ਵੀ ਮੈਂਬਰ ਹੋ। ਹਾਂਜੀ, ਤੇ ਉੱਥੇ ਪਹੁੰਚੇ, ਉੱਥੇ ਕੀ ਕੁਛ ਵਾਪਰਿਆ? ਮੈਂ ਚਾਹੂੰਗਾ ਕਿ ਦਰਸ਼ਕ ਥੋੜਾ ਜਿਹਾ ਉਹ ਵੀ ਪਤਾ ਦਰਸ਼ਕਾਂ ਨੂੰ ਲੱਗ ਜਾਵੇ ਕਿ ਉੱਥੇ ਕਿਵੇਂ ਟ੍ਰੀਟ ਕੀਤਾ ਗਿਆ ਮੌਜੂਦਾ ਸਰਕਾਰ ਵੱਲੋਂ, ਕਿਉਂਕਿ ਸਹੁੰਆਂ ਇਹਨਾਂ ਨੇ ਵੀ ਖਾਧੀਆਂ ਸੀਗੀਆਂ ਬਹੁਤ ਸਾਰੀਆਂ। ਦੇਖੋ, ਮੈਂ ਮਹਿਸੂਸ ਕਰਦਾ ਜੀ ਕਿ ਜਿਸ ਵੇਲੇ 2017 ਦੀ ਇਲੈਕਸ਼ਨ ਪੰਜਾਬ ਦੇ ਵਿੱਚ ਹੋਈ ਹੈ ਜੀ, ਉਸ ਇਲੈਕਸ਼ਨ ਦੇ ਟਾਈਮ ਤੇ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਮੁੱਦਾ ਸੀਗਾ ਜੀ, ਉਸ ਮੁੱਦੇ ਨੂੰ ਆਧਾਰ ਬਣਾ ਕਰਕੇ ਜੀ ਕਾਂਗਰਸ ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਬੇਅਦਬੀ ਦਾ ਮੁੱਦਾ ਅਤੇ ਬਹਿਬਲ ਕਲਾ ਗੋਲੀकांड ਦਾ ਮੁੱਦਾ ਜੀ ਨੂੰ ਆਧਾਰ ਬਣਾ ਕਰਕੇ ਵੱਧ ਤੋਂ ਵੱਧ ਵੋਟਾਂ ਖਿੱਚਣ ਦੀ ਕੋਸ਼ਿਸ਼ ਕੀਤੀ ਹੈ। ਤੇ ਉਸ ਵੇਲੇ ਕਾਂਗਰਸ ਸਰਕਾਰ ਨੇ ਇੱਕ ਭਰੋਸਾ ਦਵਾਇਆ ਸੀਗਾ ਜੀ ਜੀ ਕਿ ਅਸੀਂ ਪਾਵਰ ਵਿੱਚ ਆਂਦੇ ਸਾਰ ਹੀ ਜੀ ਬੇਅਦਬੀ ਦਾ ਇਨਸਾਫ ਸਿੱਖ ਕੌਮ ਨੂੰ ਦੇਵਾਂਗੇ ਜੀ। ਤੇ ਨਾਲ ਦੇ ਨਾਲ ਕਿਹਾ ਸੀਗਾ ਕਿ ਬਹਿਬਲ ਕਲਾ ਦੇ ਵਿੱਚ ਜਿਹੜੀ ਗੋਲੀ ਦੇ ਨਾਲ 2 ਸਿੰਘ ਸ਼ਹੀਦ ਹੋਏ ਨੇ ਅਤੇ ਜ਼ਖਮੀ ਹੋਏ ਨੇ, ਦੋਸ਼ੀਆਂ ਨੂੰ ਜਿਹੜੀ ਹੈ ਸਜ਼ਾ ਮਿਲੇਗੀ ਜੀ। ਤੇ ਇਹ ਵੀ ਕਿਹਾ ਸੀਗਾ ਕਿ ਬੰਦੀ ਸਿੰਘ ਰਿਹਾ ਕਰਾਂਗੇ ਜੀ। ਇਹ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਕਾਂਗਰਸ ਨੇ ਇੱਕ ਪ੍ਰੋਮਿਸ ਕੀਤਾ ਸੀਗਾ ਪੰਜਾਬ ਦੇ ਲੋਕਾਂ ਨਾਲ, ਸਿੱਖ ਪੰਥ ਨਾਲ ਜੀ। ਲੇਕਿਨ ਮੈਂ ਮਹਿਸੂਸ ਕਰਦਾ ਕਿ ਬਾਦਲਾਂ ਦੇ ਵਿੱਚ ਤੇ ਕਾਂਗਰਸ ਦੇ ਵਿਚਕਾਰ ਹੁਣ ਕੋਈ ਅੰਤਰ ਨਹੀਂ ਹੈ। ਇਹ ਸਿੱਕੇ ਦੇ 2 ਪਹਿਲੂ ਨੇ ਜੀ ਜੀ ਜੀ, ਇਹਨਾਂ ਵਿੱਚ ਕੋਈ ਅੰਤਰ ਨਹੀਂ ਹੈਗਾ ਜੀ। ਤੇ ਜਿਹੜਾ ਅਸੀਂ 22 ਜੁਲਾਈ ਨੂੰ ਕਲੋਜ਼ਰ ਰਿਪੋਰਟ ਦੇ ਅਗੇਂਸਟ ਪੰਜਾਬ ਦੀਆਂ ਸਾਰੀਆਂ ਪੰਥਕ ਜਥੇਬੰਦੀਆਂ ਨੇ ਗੁਰਦੁਆਰਾ ਅੰਬ ਸਾਹਿਬ ਫੇਸ 7 ਮੋਹਾਲੀ ਤੋਂ ਇਕੱਠੇ ਹੋ ਕਰਕੇ ਸ਼ਾਂਤਮਈ ਰੂਪ ਦੇ ਵਿੱਚ ਅਸੀਂ ਪ੍ਰਦਰਸ਼ਨ ਕੀਤਾ ਜੀ। ਤੇ ਉੱਥੇ ਅਸੀਂ ਮਿੱਥ ਲਿਆ, ਪਹਿਲਾਂ ਡਿਸਾਈਡ ਕਰ ਲਿਆ ਤੇ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਅਸੀਂ ਸ਼ਾਂਤਮਈ ਤਰੀਕੇ ਨਾਲ ਇਹ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਾਂ, ਸਾਡੇ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ ਜੀ, ਇਨਸਾਫ ਲੈਣ ਲਈ ਜਾ ਰਹੇ ਹਾਂ। ਹਾਂਜੀ, ਉੱਥੋਂ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਨਿਕਲੇ ਹਾਂ ਜੀ। ਤੇ ਤਕਰੀਬਨ 1.5 ਕਿਲੋਮੀਟਰ ਤੱਕ ਜਦ ਅਸੀਂ ਮੋਹਾਲੀ ਦੀਆਂ ਸੜਕਾਂ ਤੋਂ ਨਿਕਲਦੇ ਹੋਏ ਜੀ, ਜਦ ਕਿ ਨਾਲ ਸਾਡੇ ਪੁਲਿਸ ਵਾਲੇ ਵੀ ਨੇ, ਅਸੀਂ ਰਸਤੇ ਵਿੱਚ ਕੋਈ ਟ੍ਰੈਫਿਕ ਬਲੌਕ ਨਹੀਂ ਕੀਤਾ ਜੀ, ਅਸੀਂ ਸਰਕਾਰੀ ਪ੍ਰਾਪਰਟੀ ਦਾ ਕੋਈ ਨੁਕਸਾਨ ਨਹੀਂ ਕੀਤਾ ਜੀ, ਅਸੀਂ ਕਿਸੇ ਨੂੰ ਕੋਈ ਮਾੜਾ ਨਹੀਂ ਕਿਹਾ ਜੀ। ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਰੋਸ ਮਾਰਚ ਕਰਦੇ ਜਾ ਰਹੇ ਹਾਂ ਜੀ। ਤੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਅਸੀਂ ਰਸਤੇ 'ਚ। ਲੇਕਿਨ ਜਦ ਅੱਗੇ ਜਾ ਕੇ ਦੇਖਿਆ ਕਿ ਪੰਜਾਬ ਤੇ ਚੰਡੀਗੜ੍ਹ ਦੀ ਹੱਦ ਦੇ ਉੱਤੇ ਇੱਕ ਬਹੁਤ ਵੱਡਾ ਬੈਰੀਕੇਡ ਜੀ, ਤੇ ਜਿੰਨੀ ਸੰਗਤ ਸੀਗੀ ਉਸ ਤੋਂ 2-3 ਗੁਣਾ ਜ਼ਿਆਦਾ ਪੁਲਿਸ ਵਾਲੇ ਸੀਗੇ ਜੀ।
ਪੁਲਿਸ ਵਾਲਿਆਂ ਦੇ ਹੱਥਾਂ ਵਿੱਚ ਆਰਮਡ ਵੈਪਨ ਵੀ ਸੀਗੇ ਤੇ ਨਾਲ ਦੇ ਨਾਲ ਡੰਡੇ ਸੀਗੇ ਜੀ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਬੈਰੀਕੇਡ ਲਗਾਏ ਹੋਏ ਸੀਗੇ ਜੀ ਤੇ ਨਾਲ ਗੰਦੇ ਪਾਣੀ ਦੀਆਂ 2 ਗੱਡੀਆਂ ਇਹਨਾਂ ਨੇ ਖੜੀ ਕੀਤੀਆਂ ਸੀਗੀਆਂ। ਜੀ ਉਸ ਵੇਲੇ ਸਾਡੇ ਜਿਹੜੇ ਆਗੂ ਸੀਗੇ ਉਹਨਾਂ ਨੇ ਜਾ ਕਰਕੇ ਉੱਥੇ ਗੱਲਬਾਤ ਕੀਤੀ ਪੁਲਿਸ ਨਾਲ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਜਾਣਾ ਚਾਹੁੰਦੇ ਹਾਂ ਤੇ CBI ਦੇ ਦਫ਼ਤਰ ਜਾ ਕਰਕੇ ਅਸੀਂ ਮੰਗ ਪੱਤਰ ਦੇਣਾ ਹੈ। ਇਹ ਸਾਡਾ ਸੰਵਿਧਾਨਿਕ ਅਧਿਕਾਰ ਹੈ, ਫੰਡਾਮੈਂਟਲ ਰਾਈਟ ਹੈ। ਮੈਂ ਮਹਿਸੂਸ ਇਹ ਕਰਦਾ ਕਿ ਜਿਸ ਵੇਲੇ ਅਸੀਂ ਸ਼ਾਂਤਮਈ ਤਰੀਕੇ ਨਾਲ ਤੁਰਦੇ ਹਾਂ ਤੇ ਸਾਡੇ ਦੇ ਉੱਤੇ ਪਾਣੀ ਦੀ ਵਿਛਾਰਾਂ ਪਾਈ ਜਾਂਦੀਆਂ, ਗੰਦੇ ਪਾਣੀ ਦੀਆਂ, ਸਾਡੇ ਤੇ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ, ਸਾਨੂੰ ਮਾੜਾ ਕਿਹਾ ਜਾਂਦਾ ਹੈ, ਸਾਨੂੰ ਕੁੱਟਿਆ ਜਾਂਦਾ ਹੈ, ਸਾਡੇ ਬੰਦੇ ਜ਼ਖਮੀ ਕਰਤੇ ਜਾਂਦੇ ਨੇ। ਤੇ ਜਿਸ ਵੇਲੇ ਸਿੱਖ ਜਿਹੜਾ ਹੈ ਅੱਤ ਦਾ ਸਟੈਪ ਚੁੱਕਦਾ ਹੈ ਨਾ ਹੈ, ਜਿਸ ਵੇਲੇ ਹਥਿਆਰਬੰਦ ਘੋਲਰ ਪਾਸ ਤੁਰਦਾ ਹੈ, ਠੀਕ ਹੈ, ਕਿ ਜਿਸ ਵੇਲੇ ਗੁਰਮਤ ਦੇ ਮੁਤਾਬਕ ਉਹ ਚੱਲਦਾ ਹੈ ਕਿ ਜਬੇ ਬਾਣ ਲੱਗਿਓ ਤਬੇ ਰੋਸ਼ ਜਾਗਿਓ, ਫਿਰ ਅੱਤਵਾਦੀ ਕਿਹਾ ਜਾਂਦਾ, ਫਿਰ ਉਹਨੂੰ ਕਿਹਾ ਜਾਂਦਾ ਤੂੰ ਅੱਤਵਾਦੀ ਹੋ ਗਿਆ, ਉਹਨੂੰ ਅੱਤਵਾਦੀ ਕਹਿ ਕੇ ਭੰਡਿਆ ਜਾਂਦਾ। ਸਾਨੂੰ ਇਹ ਸਮਝ ਨਹੀਂ ਆ ਰਿਹਾ ਕਿ ਸਿੱਖ ਰਸਤਾ ਕਿਹੜਾ ਅਖਤਿਆਰ ਕਰਨ ਜਿਹਦੇ ਨਾਲ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਹੋਈ ਹੈ ਸਾਨੂੰ ਉਹਦਾ ਇਨਸਾਫ ਤਾਂ ਮਿਲ ਜਾਏ। ਉੱਥੇ ਫਿਰ ਪੁਲਿਸ ਅਫਸਰਾਂ ਨਾਲ ਗੱਲਬਾਤ ਹੋਈ ਲੇਕਿਨ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ। ਜਿਸ ਵੇਲੇ ਅਸੀਂ ਵੱਜਦੇ ਰਹੇ ਇਸ ਗੱਲ ਦੇ ਉੱਤੇ ਉਹਨਾਂ ਨੇ ਸਾਡੇ ਤੇ ਪਾਣੀ ਦੀਆਂ ਜਿਹੜੀਆਂ ਸੀਗੀਆਂ ਬੁਛਾਰਾਂ ਸ਼ੁਰੂ ਕਰਤੀਆਂ। ਹੋਰ ਉਸ ਚੱਕਰ ਦੇ ਵਿੱਚ ਪਾਣੀ ਦੇ ਪ੍ਰੈਸ਼ਰ ਦੇ ਨਾਲ ਮੇਰੀ ਵੀ ਦਸਤਾਰ ਲੱਥੀ, ਅਨੇਕਾਂ ਹੋਰ ਸਿੰਘਾਂ ਦੀਆਂ ਦਸਤਾਰਾਂ ਜਿਹੜੀ ਸੀ ਲੱਥੀਆਂ ਉੱਤੇ। ਸਾਨੂੰ ਇਸ ਗੱਲ ਦਾ ਨਹੀਂ ਹੈਗਾ ਸਾਡੀ ਦਸਤਾਰ ਲੱਥੀ ਹੈ, ਉਹਦਾ ਕਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਤਾਂ ਜਿਹੜਾ ਸਿਰ ਹੈ ਨਾ ਉਹ ਵੀ ਚਲੇ ਜਾਏ ਤਾਂ ਕੋਈ ਗੱਲ ਨਹੀਂ, ਠੀਕ ਹੈ, ਇਹ ਸਿਰ ਹੈ ਹੀ ਗੁਰੂ ਵਾਸਤੇ। ਲੇਕਿਨ ਅਫਸੋਸ ਇਸ ਗੱਲ ਦਾ ਕਿ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਸਾਡੇ ਨਾਲ ਇਹ ਜੋ ਸਲੂਕ ਕੀਤਾ ਗਿਆ, ਇਹ ਸਲੂਕ ਮੇਰੇ ਖਿਆਲ ਮੁਤਾਬਕ ਇਹ ਬਗਾਨੀਆਂ ਸਰਕਾਰਾਂ ਕਰਦੀਆਂ ਨੇ। ਔਰ ਉਸ ਦੌਰਾਨ ਉਹ ਸਾਰੇ ਹਮਲੇ ਦੇ ਦੌਰਾਨ ਸਾਡੇ 5 ਸਿੰਘ ਜਿਹੜੇ ਸੀਗੇ ਉਹ ਬਹੁਤ ਬੁਰੀ ਤਰੀਕੇ ਨਾਲ ਜ਼ਖਮੀ ਹੋਏ ਨੇ। ਕਿਸੇ ਦਾ ਕੰਨ ਦਾ ਪਰਦਾ ਪਟ ਗਿਆ, ਕਿਸੇ ਦੀ ਲੱਤ ਟੁੱਟ ਗਈ, ਬਹੁਤ ਬੁਰੀ ਤਰੀਕੇ ਨਾਲ ਸਿੰਘ ਜ਼ਖਮੀ ਹੋਏ, ਅਜੇ ਵੀ ਹਸਪਤਾਲ ਦੇ ਵਿੱਚ ਜਿਹੜੇ ਨੇ ਇਲਾਜ ਕਰਵਾ ਰਹੇ ਨੇ। ਲੇਕਿਨ ਜਦ ਇਹ ਸਾਰਾ ਕੁਝ ਹੋਇਆ ਤੇ ਪੁਲਿਸ ਨੇ ਦੇਖਿਆ ਕਿ ਵੀ ਇਹ ਟਲਦੇ ਨਹੀਂ ਪਏ, ਸਭ ਕੁਝ ਰੁਕ ਗਿਆ, ਫਿਰ ਆਪ ਹੀ ਪੁਲਿਸ ਵਾਲੇ ਆ ਕੇ ਕਹਿਣ ਲੱਗੇ ਕਿ ਤੁਸੀਂ ਆਪਣੇ 5 ਬੰਦੇ ਲੈ ਕੇ ਚੱਲੋ ਤੇ ਅਸੀਂ ਤੁਹਾਨੂੰ CBI ਦੇ ਦਫ਼ਤਰ ਲੈ ਜਾ ਕਰਕੇ ਮੰਗ ਪੱਤਰ ਉੱਥੇ ਦੇ ਦਿੰਦੇ ਹਾਂ। ਇਹ ਗੱਲ ਪਹਿਲਾਂ ਵੀ ਹੋ ਸਕਦੀ। ਮੈਂ ਮਹਿਸੂਸ ਇਹ ਕਰਦਾ ਕਿ ਸਰਕਾਰ ਨੂੰ ਪਤਾ ਸੀਗਾ ਕਿ ਇਹਨਾਂ ਨੇ ਮੰਗ ਪੱਤਰ ਦੇਣਾ ਹੈ। ਤੁਸੀਂ ਸਾਨੂੰ ਗੁਰਦੁਆਰਾ ਆਮ ਸਾਹਿਬ ਆ ਕੇ ਕਹਿ ਦਿਓ ਕਿ ਬਈ ਅਸੀਂ ਤੁਹਾਡੇ ਕੋਲ ਮੰਗ ਪੱਤਰ ਲੈਣ ਲਈ ਆਪ ਆ ਗਏ ਹਾਂ, ਲਓ ਸਾਨੂੰ ਦਿਓ। ਅੱਜ ਤੱਕ ਕੋਈ ਟ੍ਰੈਫਿਕ ਨਹੀਂ ਬਲੌਕ ਕਰ ਰਹੇ, ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਨਹੀਂ ਕੀਤਾ। ਫਿਰ ਸਾਡੇ ਤੇ ਇਹ ਅਤਿਆਚਾਰ, ਇਹ ਸਾਡੇ ਤਸ਼ੱਦਦ, ਸਾਡੇ ਤੇ ਜ਼ੁਲਮ ਕਿਉਂ ਕੀਤਾ ਗਿਆ? ਮੈਂ ਮਹਿਸੂਸ ਕਰਦਾ ਹਾਂ ਕਿ ਇਹ ਸਾਨੂੰ ਇੱਕ ਪਾਸੇ ਧੱਕਿਆ ਜਾ ਰਿਹਾ ਹੈ ਕਿ ਤੁਸੀਂ ਜਿਹੜਾ ਹੈ ਇੱਕ ਵੱਖਰੇ ਦੇਸ਼ ਦੀ, ਵੱਖਰੀ ਆਜ਼ਾਦੀ ਦੀ ਜਿਹੜੀ ਗੱਲ ਹੈ ਉਹ ਹੌਲੀ ਹੌਲੀ ਜਿਹੜੀ ਹੈ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਉਹ ਘਰ ਕਰਦੀ ਪਈ ਹੈ। ਪ੍ਰੋਫੈਸਰ ਸਾਹਿਬ, ਦੂਜੀ ਗੱਲ ਕਰਾਂ ਤਾਂ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰੀਏ, ਉੱਥੋਂ ਦੇ ਜਥੇਦਾਰ ਦੀ ਗੱਲ ਕਰੀਏ, 4 ਜੁਲਾਈ ਨੂੰ ਜਿਹੜੀ ਕਲੋਜ਼ਰ ਰਿਪੋਰਟ ਆ ਉਹ CBI ਦੇ ਵੱਲੋਂ ਜਿਹੜੀ ਆ ਉਹ ਜਮ੍ਹਾਂ ਕਰਵਾ ਦਿੱਤੀ ਗਈ ਆ। ਕਾਫੀ ਦਿਨ ਬੀਤ ਚੁੱਕੇ ਆ ਪਰ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਕੋਈ ਬਿਆਨ ਨਹੀਂ ਆਇਆ ਕਿ ਇਹਦੇ ਤੇ ਕੀ ਹੋਣਾ ਚਾਹੀਦਾ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਇਸ ਤਰ੍ਹਾਂ ਦਾ ਸਟੈਪ ਨਹੀਂ ਲਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਆ, ਇੰਨਾ ਚਿਰ ਜਾਂਚ ਹੋਈ ਆ, ਕੀ ਨਿਕਲਿਆ ਉਹਦੇ ਵਿੱਚੋਂ, ਕਿਉਂ ਕਲੋਜ਼ਰ ਰਿਪੋਰਟ ਜਿਹੜੀ ਆ ਉਹ ਪਾਏਗੀ, ਕਿਉਂ ਕਲੋਜ਼ ਕੀਤਾ ਜਾ ਰਿਹਾ, ਸਾਨੂੰ ਕੀ ਹਾਸਲ ਹੋਇਆ, ਇੰਨੇ ਚਿਰ ਦੀ ਲੜਾਈ ਜਿਹੜੀ ਹੈ ਲੜੀ ਜਾ ਰਹੀ ਹੈ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਮੈਂ ਮਹਿਸੂਸ ਇਹ ਕਰਦਾ ਕਿ ਆਪਾਂ ਦੇਖੀਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਲੌਂਗੋਵਾਲ ਹੈ ਲੇਕਿਨ ਕੰਟਰੋਲ ਕਿਹਦਾ ਹੈ? ਪਿੱਛੋਂ ਕੰਟਰੋਲ ਸੁਖਬੀਰ ਬਾਦਲ ਦਾ ਹੈ, ਠੀਕ ਹੈ ਜੀ। ਕਾਰਜਕਾਰੀ ਜਥੇਦਾਰ ਹਰਪ੍ਰੀਤ ਨੂੰ ਬਣਾਉਣ ਵਾਲਾ ਕੌਣ ਹੈ? ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੋਂ ਜੇਬ ਚੋਂ ਨਿਕਲੀ ਹੋਈ ਪਰਚੀ, ਠੀਕ ਹੈ, ਉਹਨੂੰ ਕਾਰਜਕਾਰੀ ਜਥੇਦਾਰ ਬਣਾ ਰਹੀ ਹੈ। ਇਹਦਾ ਮਤਲਬ ਹੈ ਕਿ ਸਿਆਸੀ ਆਕਾ ਨੂੰ ਜਿਹੜੀ ਗੱਲ ਸੂਟ ਕਰੇਗੀ, ਜਿਹੜੀ ਗੱਲ ਮਾਫਿਕ ਹੋਏਗੀ, ਉਸ ਮੁਤਾਬਕ ਸ਼੍ਰੋਮਣੀ ਕਮੇਟੀ ਨੇ ਅਤੇ ਕਾਰਜਕਾਰੀ ਜਥੇਦਾਰ ਨੇ ਆਪਣਾ ਪੈਂਚੜਾ ਜਿਹੜਾ ਹੈ ਲੈਣਾ ਹੈ। ਮੈਂ ਹੈਰਾਨ ਹੁੰਦਾ ਕਿ ਅੱਜ 20 ਦਿਨ ਬੀਤ ਗਏ ਨੇ
ਜਥੇਦਾਰ ਕਲੋਜ਼ਰ ਰਿਪੋਰਟ ਤੇ ਸਾਇਲੈਂਟ ਹੈ, ਜੀ ਲੌਂਗੋਵਾਲ ਸਾਇਲੈਂਟ ਹੈ। ਜੀ ਜਿਸ ਵੇਲੇ ਉਹ ਕਹਿਣਗੇ ਨਾ ਪਿੱਛੋਂ ਜੀ ਕਿ ਤੁਸੀਂ ਹੁਣ ਬੋਲੋ, ਫਿਰ ਬਿਆਨ ਆਏਗਾ। ਚਾਬੀ ਦੇਣਗੇ ਜੀ ਕਿ ਤੁਸੀਂ ਬੋਲੋ, ਤੇ ਜਿੰਨਾ ਕਹਿਣਗੇ ਬੋਲਣ ਵਾਸਤੇ ਉਹਨਾਂ ਹੀ ਉਹਨਾਂ ਨੇ ਬੋਲਣਾ ਹੈ, ਜੀ ਉਸ ਤੋਂ ਬਾਅਦ ਨਹੀਂ ਬੋਲਣਗੇ। ਜੀ ਤੇ ਮੈਂ ਮਹਿਸੂਸ ਕਰਦਾ ਅੱਜ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਅਕਾਲ ਤਖਤ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਜੀ ਕਿ ਜਿਹੜੇ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਕਲੋਜ਼ਰ ਰਿਪੋਰਟ ਦੇ ਰਹੇ ਨੇ ਜੀ ਤੇ ਡੇਰਾ ਪ੍ਰੇਮੀਆਂ ਨੂੰ ਬਚਾ ਰਹੇ ਨੇ, ਉਹ ਮੋਦੀ ਕੋਲ ਇਹ 550 ਸਾਲਾ ਗੁਰਪੁਰਬ ਮਨਾਉਣ ਵਾਸਤੇ ਤਰਲੇ ਮਾਰ ਰਹੇ ਨੇ। ਜੀ ਜੀ ਖੱਟੜ ਨੂੰ ਜਾ ਕਰਕੇ ਸਰੋਪੇ ਦੇ ਰਹੇ ਜੀ, ਨੇ ਜੀ। ਹਰਿਆਣੇ ਦੇ ਮੁੱਖ ਮੰਤਰੀ ਜੀ, ਨੂੰ। ਬਿਲਕੁਲ। ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ। ਜੀ। ਮੈਂ ਮਹਿਸੂਸ ਕਰਦਾ ਹਾਂ ਕਿ ਤੁਹਾਡੇ ਚੈਨਲ ਦੇ ਰਾਹੀਂ ਮੈਂ ਇਹ ਗੱਲ ਪਹੁੰਚਾਉਣਾ ਚਾਹੁੰਦਾ ਹਾਂ ਦਰਸ਼ਕਾਂ ਤੱਕ ਜੀ। ਕਿ ਆਵਾਜ਼ ਬੁਲੰਦ ਕਰੀਏ ਜੀ ਕਿ ਜਿਹੜੀ ਸਰਕਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਇਨਸਾਫ ਨਹੀਂ ਦੇ ਸਕਦੀ, 550 ਸਾਲਾ ਗੁਰਪੁਰਬ ਦੇ ਵਿੱਚ, ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਵਿੱਚ ਮੋਦੀ ਦੀ ਪਾਰਟੀ ਦਾ ਇਹ ਕਿਸੇ ਵੀ ਪ੍ਰੋਗਰਾਮ ਵਿੱਚ ਕੋਈ ਵੀ ਸ਼ਮੂਲੀਅਤ ਨਹੀਂ ਹੋਣੀ ਚਾਹੀਦੀ। ਜੇ ਸ਼ਮੂਲੀਅਤ ਹੋਏਗੀ ਤਾਂ ਸਿੱਖ ਪੰਥ ਉਸ ਗੱਲ ਦਾ ਵਿਰੋਧ ਕਰੇ। ਜੀ ਜੀ ਪ੍ਰਸਾਦ ਸਾਹਿਬ, ਗੱਲ ਕਰੀਏ ਜੇਕਰ ਕਿ ਸਾਡੇ ਕੋਲ ਕੋਈ ਧਿਰ ਵੀ ਤੀਸਰੀ ਨਹੀਂ ਹੈਗੀ। ਪਹਿਲਾਂ ਜੋ ਅਕਾਲੀ ਸਰਕਾਰ ਵੇਲੇ ਹੋਇਆ ਉਹ ਅਸੀਂ ਦੇਖ ਲਿਆ, ਬਾਅਦ 'ਚ ਜੋ ਸਾਡੇ ਨਾਲ ਵਾਅਦੇ ਕੀਤੇ ਗਏ, ਸਹੁੰਆਂ ਖਾਧੀਆਂ ਗਈਆਂ ਕਾਂਗਰਸ ਨੇ, ਉਹ ਵੀ ਦੇਖ ਲੀਆਂ। ਪਾਣੀ ਦੀਆਂ ਤਾਜ਼ੀਆਂ ਹੀ ਬੁਛਾਰਾਂ ਅਜੇ ਬਚੀਆਂ ਨੇ, ਉਹ ਤੋਂ ਵੀ ਪਤਾ ਲੱਗ ਗਿਆ। ਇਹ ਸਾਨੂੰ ਬਾਈਬਲ ਕਲਾ ਦੀ ਯਾਦ ਕਰਾਉਂਦੀਆਂ ਨੇ। ਜੀ ਬਿਲਕੁਲ ਬਿਲਕੁਲ ਹੈ। ਤੇ ਹੁਣ ਤੀਜੀ ਧਿਰ ਵੀ ਪੰਜਾਬ ਦੇ ਵਿੱਚ ਕੋਈ ਅਜੇ ਨਜ਼ਰ ਨਹੀਂ ਆ ਰਹੀ। ਫਿਰ ਪੰਜਾਬ ਦੇ ਲੋਕ ਜੇਕਰ ਚਾਹਣ ਵੀ ਤਾਂ ਫਿਰ ਉਹ ਵੋਟ ਪਾਉਣ ਕਿਹਨੂੰ? ਦੇਖੋ, ਇਸ ਸਵਾਲ ਦਾ ਮੈਨੂੰ ਪਤਾ ਕਿ ਜਵਾਬ ਬੜਾ ਔਖਾ ਆ, ਬਹੁਤ ਔਖਾ ਜਿਹਾ ਸਵਾਲ ਹੈ, ਕਿਉਂਕਿ ਬਦਕਿਸਮਤੀ ਇਹ ਹੈ ਕਿ ਪੰਜਾਬ ਦੇ ਵਿੱਚ ਅਕਾਲੀਆਂ ਜੀ ਅਤੇ ਕਾਂਗਰਸ ਦੀ ਜੀ ਟੌਪ ਲੈਵਲ ਤੇ ਅੰਡਰਸਟੈਂਡਿੰਗ ਹੈ। ਜੀ ਇਹ ਗੱਲ ਆਪਾਂ ਮੰਨ ਲਈਏ। ਜੀ ਇਸ ਗੱਲ ਨੂੰ ਮੈਂ ਸਾਬਤ ਕਰ ਸਕਦਾ ਕਿ ਇਹਨਾਂ ਦੀ ਟੌਪ ਲੈਵਲ ਤੇ ਅੰਡਰਸਟੈਂਡਿੰਗ। ਇਹੀ ਕਾਰਨ ਨਵਜੋਤ ਸਿੰਘ ਸਿੱਧੂ ਦੇ ਕਹਿਣ ਤੋਂ ਬਾਅਦ ਦੇ ਵਿੱਚ ਹੁਣ ਤੱਕ ਹਾਂਜੀ ਹੋਰ ਇਹ ਚੀਜ਼ਾਂ 2017 ਦੀ ਇਲੈਕਸ਼ਨ ਵਿੱਚ ਵੀ ਸਾਬਤ ਹੋ ਗਈਆਂ ਜੀ। ਤੇ ਇਹ ਵੀ ਮੈਂ ਕਲੀਅਰ ਕਰ ਦਿਆਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਦੀ ਵੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੇ ਖਿਲਾਫ ਨਿੱਜੀ ਤੌਰ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨੀ। ਜੀ ਇਹਨਾਂ ਦਾ ਆਪਸ ਵਿੱਚ ਫੈਮਿਲੀ ਅੰਡਰਸਟੈਂਡਿੰਗ ਵੀ ਹੈ, ਪੋਲੀਟੀਕਲ ਅੰਡਰਸਟੈਂਡਿੰਗ ਵੀ ਹੈ, ਤੇ ਇੱਕ ਦੂਸਰੇ ਖਿਲਾਫ ਕੋਈ ਕਾਰਵਾਈ ਨਹੀਂ ਕਰਨਗੇ। ਸਾਡੀਆਂ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਨੇ। ਜੀ ਜੀ ਐਸੇ ਹਾਲਾਤਾਂ ਵਿੱਚ ਤੀਸਰੀ ਧਿਰ ਜੀ ਨਹੀਂ ਬਣ ਪਾ ਰਹੀ। ਜੀ ਹੋਰ ਸਾਡੀ ਬਦਕਿਸਮਤੀ ਹੈ ਕਿ ਜਿਹੜੇ ਲੋਕ ਐਂਟੀ ਕਾਂਗਰਸ ਤੇ ਐਂਟੀ ਬਾਦਲ ਨੇ ਜੀ ਉਹ ਵੀ ਆਪਸ ਵਿੱਚ ਖਿੰਡਰੇ ਪੁੰਡਰੇ ਨੇ। ਜੇਕਰ ਤੀਸਰੀ ਧਿਰ ਬਣਨ ਦੀ ਕੋਈ ਕੋਸ਼ਿਸ਼ ਵੀ ਹੁੰਦੀ ਆ ਤਾਂ ਦੋਨੋਂ ਮਿਲ ਕੇ ਉਹਨੂੰ ਫੇਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਹੋਰ ਸਾਡੀ ਬਦਕਿਸਮਤੀ ਇਹ ਹੈਗੀ ਹੈ ਕਿ ਜਿਹੜੀਆਂ ਧਿਰਾਂ ਇਹ ਲੜਾਈ ਲੜ ਰਹੀਆਂ ਨੇ ਜੀ ਉਹਨਾਂ ਦੇ ਵਿੱਚ ਵੀ ਆਪਸ ਵਿੱਚ ਬੇਭਰੋਸਗੀ ਤੇ ਬੇਵਿਸ਼ਵਾਸੀ ਹੈ ਜੀ। ਲੇਕਿਨ ਮੇਰਾ ਇੱਕ ਭਰੋਸਾ ਅਕਾਲ ਪੁਰਖ ਤੇ ਹੈ ਜੀ। ਹੋਰ ਉਹ ਭਰੋਸਾ ਇਹ ਹੈਗਾ ਕਿ ਜਿਹੜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਇੱਕ ਅਕਾਲ ਪੁਰਖ ਦਾ ਇੱਕ ਵਿਧੀ ਵਿਧਾਨ ਹੈ ਜੀ। ਔਰ ਅਕਾਲ ਪੁਰਖ ਦੇ ਵਿਧੀ ਵਿਧਾਨ ਦੇ ਅੰਡਰ ਜਦ ਅਕਾਲ ਪੁਰਖ ਨੇ ਵੇਖਿਆ ਕਿ ਦੁਨਿਆਵੀ ਅਦਾਲਤਾਂ, ਦੁਨਿਆਵੀ ਸਰਕਾਰਾਂ ਕਿਸੇ ਪ੍ਰਕਾਰ ਦਾ ਕੋਈ ਇਨਸਾਫ ਨਹੀਂ ਦੇ ਰਹੀਆਂ ਤਾਂ ਫਿਰ ਕਿਧਰੋਂ ਕੋਈ ਪਾਕਿਸਤਾਨ ਤੋਂ ਜਾਂ ਕਿਸੇ ਹੋਰ ਥਾਂ ਤੋਂ AK-47 ਨਹੀਂ ਆਈ ਜੀ। ਉਹ ਨਾਭੇ ਜੇਲ੍ਹ 'ਚ ਬੈਠੇ ਜਿਹੜੇ ਸਰੀਆ ਸੀ ਨਾ ਉਹ ਵੀ ਕੰਮ ਆ ਗਿਆ ਜੀ ਜੀ ਜੀ। ਉਹ ਅਕਾਲ ਪੁਰਖ ਨੇ ਥਾਪੜਾ ਪਤਾ ਨਹੀਂ ਕਿਹਨੂੰ ਦੇ ਦੇਣਾ। ਇਹ ਤਾਂ ਨਾ ਤਾਂ ਮੇਰੇ ਕੰਟਰੋਲ 'ਚ ਹੈ ਗੱਲ, ਨਾ ਕਿਸੇ ਹੋਰ ਦੇ ਕੰਟਰੋਲ 'ਚ ਹੈ। ਇਹ ਤਾਂ ਸੱਚੇ ਪਾਤਸ਼ਾਹ ਜਾਣਦਾ, ਅਕਾਲ ਪੁਰਖ ਜਾਣਦਾ ਜੀ। ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਸੀਗਾ ਇਨਸਾਫ ਮਿਲਣਾ ਜ਼ਰੂਰੀ ਹੈ। ਹੁਣ ਮੈਂ ਮਹਿਸੂਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਇਨਸਾਫ ਸਾਨੂੰ ਜ਼ਰੂਰ ਮਿਲੇਗਾ। ਇਹ ਜਿਹੜੀ ਸਥਿਤੀ ਬਣ ਗਈ ਹੈ ਇਹ ਕਰੋ ਤੇ ਮਰੋ ਵਾਲੀ ਸਥਿਤੀ ਹੈਗੀ ਹੈ। ਪਰ ਸਾਹਿਬ ਅੰਤ ਦੇ ਉੱਤੇ ਮੈਂ ਜਾਣਨਾ ਚਾਹੂੰਗਾ ਕਿ ਜਿਹੜੀਆਂ ਹੁਣ ਸਾਰੀਆਂ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਇਹ ਉੱਥੇ ਗਏ ਆ, ਜਿਸ ਤਰ੍ਹਾਂ CBI ਦੇ ਆਫਿਸ ਜਿਹੜਾ ਆ ਉਹ ਜਾਣਾ ਚਾਹੁੰਦੇ ਸੀ ਕਿ ਰੋਕਿਆ ਗਿਆ, ਬਾਅਦ ਦੇ ਵਿੱਚ ਅਗਲਾ ਸਟੈਪ ਕੀ ਹੈਗਾ ਆ? ਹੁਣ ਇਸ ਤੋਂ ਬਾਅਦ ਦੇ ਵਿੱਚ ਕਲੋਜ਼ਰ ਰਿਪੋਰਟ ਤਾਂ ਸੌਂਪ ਦਿੱਤੀ ਗਈ ਹੈ, ਇਸ ਤੋਂ ਬਾਅਦ ਦੇ ਵਿੱਚ ਕੀ ਹੁਣ ਮੰਗ? ਦੇਖੋ ਜੀ, ਇਹਦੀ ਹੁਣ ਅਗਲੀ ਤਾਰੀਖ 23 ਅਗਸਤ ਪਈ ਹੈ ਜੀ। ਹੋਰ 23 ਅਗਸਤ ਤੋਂ ਪਹਿਲਾਂ ਪੰਥਕ ਜਥੇਬੰਦੀਆਂ ਆਪਸ ਵਿੱਚ ਮਿਲ ਬੈਠ ਕੇ ਹੋਰ ਮੈਂ ਇੱਥੇ ਇੱਕ ਗੱਲ ਤੁਹਾਡੇ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗਾ, ਬੜੀ ਪੋਜ਼ਿਟਿਵ ਗੱਲ ਹੈਗੀ ਹੈ
ਕਿ ਜਦ ਅਸੀਂ 22 ਜੁਲਾਈ ਨੂੰ ਇਸ ਪ੍ਰਦਰਸ਼ਨ ਕੀਤਾ, ਰੋਸ ਪ੍ਰਦਰਸ਼ਨ ਕੀਤਾ, ਤਾਂ ਉਸ ਵੇਲੇ ਕਿਸੇ ਨੇ ਆਪਣੇ ਜਥੇਬੰਦੀ ਦੀ ਗੱਲ ਨਹੀਂ ਕੀਤੀ, ਹਰ ਬੰਦਾ ਐਜ਼ ਏ ਸਿੱਖ ਉੱਥੇ ਆਇਆ। ਜੀ ਜੀ ਜੀ, ਠੀਕ ਹੈ, ਇੱਕ ਬੜੀ ਪੋਜ਼ਿਟਿਵ ਗੱਲ ਸੀ। ਜੀ ਜੀ ਬਿਲਕੁਲ। ਇਹ ਮੈਨੂੰ ਲੱਗਦਾ ਕਿ ਏਕੇ ਵਾਲੇ ਪਾਸੇ ਇੱਕ ਕਦਮ ਸੀਗਾ ਜਿਹੜਾ ਕਿ ਅਸੀਂ ਸਾਰਿਆਂ ਨੇ ਪੁੱਟਿਆ। ਠੀਕ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਛੇਤੀ, ਕਿਉਂਕਿ 23 ਅਗਸਤ ਦੀ ਤਰੀਕ ਹੈਗੀ ਹੈ, ਉਸ ਤੋਂ ਪਹਿਲਾਂ ਪੰਥਕ ਜਥੇਬੰਦੀਆਂ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕਰਕੇ ਇਹ ਜੋ ਰਣਨੀਤੀ ਹੈ ਅਗਲੀ ਤਿਆਰ ਕੀਤੀ ਜਾਏਗੀ। ਨਾਲ ਦੇ ਨਾਲ ਅਸੀਂ ਇਹ ਵੀ ਆਪਸ਼ਨ ਲੈ ਕੇ ਚੱਲ ਰਹੇ ਹਾਂ, ਵਕੀਲਾਂ ਨਾਲ ਸਲਾਹ ਕਰ ਰਹੇ ਹਾਂ ਕਿ ਇਸ ਕਲੋਜ਼ਰ ਰਿਪੋਰਟ ਨੂੰ ਰਿਜੈਕਸ਼ਨ ਵਾਲੇ ਪਾਸੇ ਅਸੀਂ ਕਿਵੇਂ ਮੋੜ ਦੇ ਸਕਦੇ ਹਾਂ, ਇਸ ਨੂੰ ਅਸੀਂ ਆਉਣ ਵਾਲੇ ਸਮੇਂ 'ਚ ਕਿਵੇਂ ਚੈਲੰਜ ਕਰ ਸਕਦੇ ਹਾਂ ਕਾਨੂੰਨੀ ਤੌਰ ਦੇ ਉੱਤੇ। ਇਹ ਵੀ ਅਸੀਂ ਵਿਚਾਰ ਅਧੀਨ ਹੈਗੀ ਹੈ। ਸਾਡੇ ਜਿਹੜੇ ਵਕੀਲ ਨੇ, ਅਸੀਂ ਉਹਨਾਂ ਦੇ ਨਾਲ ਜਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਪੰਥਕ ਹੋਰ ਵਕੀਲਾਂ ਦੇ ਨਾਲ ਅਸੀਂ ਸਲਾਹ ਕਰਕੇ ਕਮੇਟੀ ਦੇ ਫਿਰ ਅਸੀਂ ਇਸ ਪਾਸੇ ਵੀ ਕਾਨੂੰਨੀ ਆਪਸ਼ਨ ਜਿਹੜੀਆਂ ਨੇ ਯੂਜ਼ ਕਰਾਂਗੇ, ਜਿਹਦੇ ਨਾਲ ਕਿ ਇਸ ਰਿਪੋਰਟ ਨੂੰ ਅਸੀਂ ਚੈਲੰਜ ਕਰ ਸਕੀਏ। ਜੀ, ਸੋ ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਪ੍ਰੋਗਰਾਮ ਕੌਮੀ ਮੁੱਦੇ ਦੇ ਵਿੱਚ ਸਨ ਪ੍ਰੋਫੈਸਰ ਬਲਜਿੰਦਰ ਸਿੰਘ ਜੀ, ਜਿਹੜੇ ਕਿ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਆ ਉਸ ਦੇ ਵੀ ਮੈਂਬਰ ਨੇ, ਤੇ ਨਾਲ ਪੰਥਕ ਜਥੇਬੰਦੀਆਂ ਦੇ ਨਾਲ ਇਹਨਾਂ ਨੇ ਵੀ ਜਿਹੜੀ ਆ ਉਹ ਸ਼ਮੂਲੀਅਤ ਕੀਤੀ ਸੀਗੀ ਜਦੋਂ CBI ਦੇ ਆਫਿਸ ਦੇ ਵਿੱਚ ਜਾਣ ਦੀ ਕੋਸ਼ਿਸ਼ ਦੇ ਵਿੱਚ ਜਿਹੜੀ ਸਰਕਾਰ ਦੇ ਵੱਲੋਂ ਪਾਣੀ ਦੀਆਂ ਬੁਛਾਰਾਂ ਜਿਹੜੀਆਂ ਆ ਉਹ ਮਾਰ ਕੇ ਜਿਹੜਾ ਆ ਖਦੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਸੋ ਇਹ ਮਾਮਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਆ। ਸੋ ਇਸ 'ਤੇ ਇਨਸਾਫ ਲੈਣ ਵਾਸਤੇ ਲੰਮੇ ਸਮੇਂ ਤੋਂ ਜਦੋਜਹਿਦ ਚੱਲ ਰਹੀ ਹੈ। ਬਰਗਾੜੀ ਦੇ ਵਿੱਚ ਵੀ ਮੋਰਚਾ ਜਿਹੜਾ ਹੈ ਉਹ ਲੱਗਿਆ, ਉਸ ਨੂੰ ਕਿਸ ਤਰੀਕੇ ਦੇ ਨਾਲ ਸਰਕਾਰ ਨੇ ਜਿਹੜਾ ਮੋਰਚਾ ਲੱਗਾ ਸੀ ਉੱਥੋਂ ਦੇ ਆਗੂਆਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਇਹ ਸਾਰਾ ਕੁਝ ਜਿਹੜਾ ਹੈ ਉਦੋਂ ਕੀਤਾ, ਪਰ ਅੱਜ ਸਾਡੇ ਸਾਹਮਣੇ ਕੀ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਅਸੀਂ ਜਾਣਦੇ। ਸੋ ਸਾਰਿਆਂ ਨੂੰ ਇਕੱਤਰ ਹੋਣ ਦੀ ਜ਼ਰੂਰਤ ਹੈ। ਵਿਦੇਸ਼ਾਂ ਦੀਆਂ ਸੰਗਤਾਂ ਜਿਹੜੀਆਂ ਆ ਉਹ ਵੀ ਸਾਥ ਦੇਣ ਇਸ ਦੇ ਵਿੱਚ, ਤਾਂ ਜੋ ਇਹ ਇਨਸਾਫ ਜਿਹੜਾ ਆ ਉਹ ਅਸੀਂ ਲੈ ਕੇ ਹਟੀਏ ਤੇ ਦੋਸ਼ੀ ਜਿਹੜੇ ਜਿਨ੍ਹਾਂ ਨੂੰ ਹੁਣ ਛੱਡਿਆ ਗਿਆ ਆ ਉਹ ਦੁਬਾਰਾ ਜਿਹੜਾ ਆ ਉਹ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾ ਸਕੇ। ਸਾਰੀ ਸਿਆਸਤ ਜਿਹੜੀ ਹੋ ਰਹੀ ਆ ਇਹ ਵੀ ਕਿਸੇ ਤਰੀਕੇ ਨਾਲ ਸਾਨੂੰ ਡੂੰਘੀ ਸੋਚ ਦੇ ਨਾਲ ਸਮਝਣ ਦੀ ਜ਼ਰੂਰਤ ਆ। ਸੋ ਆਸ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚੋਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਜਿਹੜੀ ਆ ਉਹ ਮਿਲ ਗਈ ਹੋਵੇਗੀ। ਸੋ ਸਮਾਂ ਜਿਹੜਾ ਸਾਡਾ ਸਮਾਪਤ ਹੈ, ਇੱਥੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।